हाँ जी, ਆਪਾਂ ਅੱਜ ਚੌਹਾਨ ਵੰਸ਼ ਕਰਾਂਗੇ। ਚੌਹਾਨ ਵੰਸ਼ ਦੀ ਇੰਟਰੋਡਕਸ਼ਨ ਕਰ ਲੈਂਦੇ ਹਾਂ। ਚੌਹਾਨ ਵੰਸ਼ ਭਾਰਤ ਦਾ ਸਭ ਤੋਂ ਪ੍ਰਸਿੱਧ ਰਾਜਵੰਸ਼ ਮੰਨਿਆ ਜਾਂਦਾ ਹੈਗਾ, ਪਰੰਤੂ ਇਸ ਦੀ ਉਤਪਤੀ ਦੇ ਸੰਬੰਧ ਵਿੱਚ ਇਤਿਹਾਸਕਾਰ ਇੱਕ ਮਤ ਨਹੀਂ ਹੈਗੀ। ਹਮੀਰ ਮਹਾਕਾਵ ਵੰਸ਼ ਭਾਸਕਰ ਤੇ ਪ੍ਰਿਥਵੀ ਰਾਜ ਰਾਸੋ ਵਰਗੇ ਗ੍ਰੰਥਾਂ ਵਿੱਚ ਇਸ ਵੰਸ਼ ਦੀ ਉਤਪਤੀ ਅਗਨੀਕੁੰਡ ਤੋਂ ਦੱਸੀ ਗਈ ਹੈਗੀ ਹੈ। ਤੁਹਾਨੂੰ ਪਤਾ ਹੋਣਾ ਕਿ ਅਗਨੀਕੁੰਡ ਤੋਂ 4 ਵੰਸ਼ ਪੈਦਾ ਹੋਏ ਸੀ। ਕਿਹੜੇ ਕਿਹੜੇ ਹੋਏ ਸੀ ਤੁਹਾਨੂੰ ਯਾਦ ਹੋਊਗਾ? ਇੱਕ ਚੌਹਾਨ ਵੰਸ਼, ਇੱਕ ਚਲੂਕਾ ਵੰਸ਼, ਇੱਕ ਪਰਮਾਰ ਵੰਸ਼ ਤੇ ਇੱਕ ਪ੍ਰਤੀਹਾਰ ਵੰਸ਼। ਇਹ 4 ਵੰਸ਼ ਅਗਨੀਕੁੰਡ ਤੋਂ ਪੈਦਾ ਹੋਏ ਹੈਗੇ ਆ। ਇਹ ਇਹਨਾਂ ਗ੍ਰੰਥਾਂ ਤੋਂ ਪਤਾ ਲੱਗਦਾ ਹੈਗਾ। ਤਾਂ ਇਹ ਗ੍ਰੰਥ ਦੱਸਦੇ ਹਨ ਕਿ ਜਿਹੜਾ ਚੌਹਾਨ ਵੰਸ਼ ਸੀ ਉਹ ਅਗਨੀਕੁੰਡ ਤੋਂ ਪੈਦਾ ਹੋਇਆ ਸੀ, ਪਰੰਤੂ ਕੁਝ ਅਭਿਲੇਖ ਵੀ ਮਿਲੇ ਹੈਗੇ ਆ ਚੌਹਾਨ ਵੰਸ਼ ਦੇ, ਜਿਵੇਂ ਸੇਵਦੀ ਅਭਿਲੇਖ, ਇੱਕ ਬਰਲ ਅਭਿਲੇਖ ਤੇ ਇੱਕ ਅਜਮੇਰ ਅਭਿਲੇਖ। ਇਹਨਾਂ ਸਾਰੇ ਅਭਿਲੇਖਾਂ ਤੋਂ ਪਤਾ ਲੱਗਦਾ ਹੈਗਾ ਕਿ ਚੌਹਾਨ ਵੰਸ਼ ਦੀ ਸਥਾਪਨਾ ਇੱਕ ਵਿਅਕਤੀ ਨੇ ਕੀਤੀ ਸੀ, ਜਿਸ ਦਾ ਨਾਂ ਕੀ ਸੀ? ਚਾਹਮਾਨ ਸੀ। ਚਾਹਮਾਨ ਨਾਮਕ ਇੱਕ ਵਿਅਕਤੀ ਨੇ ਚੌਹਾਨ ਵੰਸ਼ ਦੀ ਸਥਾਪਨਾ ਕੀਤੀ ਸੀ, ਇਹਨਾਂ ਸਾਹਿਤਾਂ ਦੇ ਅਭਿਲੇਖਾਂ ਦੇ ਅਨੁਸਾਰ। ਇਤਿਹਾਸਕਾਰ ਜੇਮਸ ਟੌਂਡ ਦੁਆਰਾ ਲਿਖੀ ਗਈ ਪੁਸਤਕ ਹਿਸਟਰੀ ਆਫ ਰਾਜਸਥਾਨ ਵਿੱਚ ਚੌਹਾਨ ਵੰਸ਼ ਦਾ ਸਥਾਪਕ ਵਾਸੂਦੇਵ ਨੂੰ ਮੰਨਿਆ ਗਿਆ ਹੈਗਾ। ਚੌਹਾਨ ਵੰਸ਼ ਦੀ ਕਈ ਬ੍ਰਾਂਚਾਂ ਸੀਗੀਆਂ, ਜਿਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਜਿਹੜੀ ਬ੍ਰਾਂਚ ਸੀਗੀ ਉਹ ਸੀ ਸਕੰਪਰੀ। ਇਹ ਤੁਸੀਂ ਯਾਦ ਰੱਖਣਾ ਹੈਗਾ, ਸਭ ਤੋਂ ਪ੍ਰਸਿੱਧ ਜਿਹੜੀ ਬ੍ਰਾਂਚ ਸੀਗੀ ਚੌਹਾਨ ਵੰਸ਼ ਦੀ ਉਹ ਕਿਹੜੀ ਸੀ? ਸਕੰਬਰੀ ਸੀਗੀ। ਦੇ ਚੌਹਾਨ ਵੰਸ਼ ਦੇ ਆਰੰਭਕ ਰਾਜਿਆਂ ਦਾ ਇਤਿਹਾਸ ਉਪਲਬਧ ਨਹੀਂ ਹੈ, ਇਸ ਲਈ ਉਹਨਾਂ ਦੇ ਸ਼ਾਸਨਕਾਲ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ। ਹੁਣ ਆਪਾਂ ਇਸ ਦੇ ਇਤਿਹਾਸਕ ਸਰੋਤ ਬਾਰੇ ਗੱਲ ਕਰਾਂਗੇ। ਚੌਹਾਨ ਵੰਸ਼ ਦੇ ਇਤਿਹਾਸਕ ਸਰੋਤ ਜਿਹੜੇ ਹੈਗੇ ਆ ਉਹ 2 ਚੀਜ਼ਾਂ ਤੋਂ ਪ੍ਰਾਪਤ ਹੁੰਦੇ ਹੈਗੇ ਆ, ਇੱਕ ਅਭਿਲੇਖ ਤੇ ਇੱਕ ਸਾਹਿਤ। ਇੱਕ ਸਾਨੂੰ ਮਿਲਦਾ ਹੈਗਾ ਅਭਿਲੇਖ ਤੇ ਦੂਜੇ ਮਿਲਦੇ ਹੈਗੇ ਆ ਸਾਹਿਤ, ਜਿਨ੍ਹਾਂ ਤੋਂ ਚੌਹਾਨ ਵੰਸ਼ ਬਾਰੇ ਜਾਣਕਾਰੀ ਮਿਲਦੀ ਹੈਗੀ ਆ। ਜਿਹੜੇ ਅਭਿਲੇਖ ਹੈਗੇ ਆ ਉਹ ਤਾਂ ਇਹ ਦੱਸਦੇ ਹੈਗੇ ਆ ਕਿ ਜਿਹੜਾ ਚੌਹਾਨ ਵੰਸ਼ ਸੀ ਉਹ ਕਿਸੇ ਵਿਅਕਤੀ ਨੇ ਸ਼ੁਰੂ ਕੀਤਾ ਸੀ, ਜਿਸ ਦਾ ਨਾਂ ਚਾਹਮਾਨ ਸੀਗਾ, ਪਰੰਤੂ ਸਾਹਿਤ ਇਹ ਦੱਸਦੇ ਹੈਗੇ ਆ ਕਿ ਚੌਹਾਨ ਵੰਸ਼ ਦੀ ਸਥਾਪਨਾ ਅਗਨੀਕੁੰਡ ਤੋਂ ਹੋਈ ਸੀ। ਤਾਂ ਕੁਝ ਅਭਿਲੇਖ ਹੈਗੇ ਆ, ਜਿਵੇਂ ਪਹਿਲਾ ਅਭਿਲੇਖ ਜਿਹੜਾ ਮਿਲਿਆ ਹੈਗਾ ਚੌਹਾਨ ਵੰਸ਼ ਦਾ ਉਹ ਹੈ ਸੇਵਦੀ ਤਾਮਰਪੱਤਰ ਲੇਖ। ਇਹ ਜਿਹੜਾ ਅਭਿਲੇਖ ਹੈਗਾ ਇਹ ਰਾਜਾ ਰਤਨਪਾਲ ਦਾ ਹੈਗਾ ਤੇ 1119 ਦੇ ਲਗਭਗ ਦਾ ਅਭਿਲੇਖ ਹੈਗਾ, ਤੇ ਇਸ ਵਿੱਚ ਇਹ ਦੱਸਿਆ ਗਿਆ ਹੈਗਾ ਕਿ ਚਾਹਮਾਨ ਨਾਮਕ ਇੱਕ ਵਿਅਕਤੀ ਸੀ, ਉਸਨੇ ਚੌਹਾਨ ਵੰਸ਼ ਦੀ ਸਥਾਪਨਾ ਕੀਤੀ ਸੀ। ਦੂਜਾ ਅਭਿਲੇਖ ਅਜਮੇਰ ਅਭਿਲੇਖ ਹੈਗਾ, ਜਿਸ ਦੀ ਸਥਾਪਨਾ ਵਿਗ੍ਰਹਿ ਰਾਜ ਚੌਥੇ ਨੇ ਕੀਤੀ ਸੀ। ਅਜਮੇਰ ਅਭਿਲੇਖ, ਇਸ ਦੀ ਸਥਾਪਨਾ ਕਿਸਨੇ ਕੀਤੀ ਸੀ? ਇਸ ਅਭਿਲੇਖ ਦੀ ਸਥਾਪਨਾ ਵਿਗ੍ਰਹਿ ਰਾਜ ਚੌਥੇ ਨੇ ਕੀਤੀ ਸੀ। ਇਸ ਤੋਂ ਵੀ ਇਹ ਪਤਾ ਲੱਗਦਾ ਹੈਗਾ ਕਿ ਜਿਹੜਾ ਚੌਹਾਨ ਵੰਸ਼ ਦੀ ਉਤਪਤੀ ਹੋਈ ਸੀ ਉਹ ਕਿਸੇ ਵਿਅਕਤੀ ਦੁਆਰਾ ਕੀਤੀ ਗਈ ਸੀ। ਇੱਕ ਅਗਲਾ ਅਭਿਲੇਖ ਜਿਹੜਾ ਮਿਲਿਆ ਹੈਗਾ ਉਹ ਹੈ ਬਜੋਲੀਆ ਅਭਿਲੇਖ। ਇਸ ਅਭਿਲੇਖ ਤੋਂ ਵੀ ਜਿਹੜਾ ਬਜੋਲੀਆ ਅਭਿਲੇਖ ਹੈਗਾ ਇਸ ਤੋਂ ਵੀ ਇਹ ਪਤਾ ਲੱਗਦਾ ਹੈਗਾ ਕਿ ਚੌਹਾਨ ਵੰਸ਼ ਦੀ ਸਥਾਪਨਾ ਕਿਸੇ ਵਿਅਕਤੀ ਚਾਹਮਾਨ ਨਾਮਕ ਵਿਅਕਤੀ ਦੁਆਰਾ ਕੀਤੀ ਗਈ ਸੀ। ਬਜੋਲੀਆ ਅਭਿਲੇਖ ਜਿਹੜਾ ਹੈਗਾ ਇਹ ਸਮੇਸ਼ਵਰ ਦੇਵ ਦਾ ਲਿਖਿਆ ਹੋਇਆ ਹੈਗਾ।
ਉਸਨੇ ਉਤਕੀਰਨ ਕੀਤਾ ਸੀ ਇਸ ਅਭਿਲੇਖ ਨੂੰ। ਚੌਥਾ ਅਭਿਲੇਖ ਜਿਹੜਾ ਮਿਲਿਆ ਹੈਗਾ ਚੌਹਾਨ ਵੰਸ਼ ਦਾ ਉਹ ਹੈ ਬਰਲ ਅਭਿਲੇਖ। ਬਰਲ ਅਭਿਲੇਖ ਦੀ ਸਥਾਪਨਾ ਪ੍ਰਿਥਵੀਰਾਜ ਚੌਹਾਨ ਨੇ 1178 ਏਡੀ ਵਿੱਚ ਕੀਤੀ ਸੀਗੀ। ਇਹਨਾਂ ਸਾਰੇ ਅਭਿਲੇਖਾਂ ਤੋਂ ਇਹ ਜਾਣਕਾਰੀ ਮਿਲਦੀ ਹੈਗੀ ਹੈ ਕਿ ਕਿਸੇ ਵਿਅਕਤੀ ਨੇ ਚੌਹਾਨ ਵੰਸ਼ ਦੀ ਸਥਾਪਨਾ ਕੀਤੀ ਸੀ। ਤੇ ਸਾਹਿਤ ਜਿਹੜਾ ਪਹਿਲਾ ਮਿਲਿਆ ਹੈਗਾ ਉਹ ਹੈ ਵੰਸ਼ ਭਾਸਕਰ। ਇਹ ਗ੍ਰੰਥ ਮਿਲਿਆ ਹੈਗਾ। ਇਹ ਗ੍ਰੰਥ ਸੂਰਿਆ ਮੱਲ ਦਾ ਹੈਗਾ ਤੇ ਇਸ ਗ੍ਰੰਥ ਤੋਂ ਇਹ ਪਤਾ ਲੱਗਦਾ ਹੈਗਾ ਕਿ ਜਿਹੜਾ ਚੌਹਾਨ ਵੰਸ਼ ਸੀ ਉਹ ਅਗਨੀ ਕੁੰਡ ਤੋਂ ਪੈਦਾ ਹੋਇਆ ਰਾਜਵੰਸ਼ ਸੀ। ਦੂਸਰਾ ਸਾਹਿਤ ਜਿਹੜਾ ਮਿਲਿਆ ਹੈ ਉਹ ਹੈ ਹਮੀਰ ਮਹਾਕਾਵਿਆ। ਇਹ ਨਿਆਂ ਚੰਦ ਸੂਰੀ ਦਾ ਲਿਖਿਆ ਹੋਇਆ ਮਹਾਕਾਵੀ ਹੈਗਾ, ਗ੍ਰੰਥ ਹੈਗਾ। ਇਸ ਤੋਂ ਵੀ ਇਹ ਪਤਾ ਲੱਗਦਾ ਹੈਗਾ ਕਿ ਅਗਨੀ ਕੁੰਡ ਤੋਂ ਚੌਹਾਨ ਵੰਸ਼ ਦੀ ਉਤਪਤੀ ਹੋਈ ਸੀ। ਇੱਕ ਪੁਸਤਕ ਮਿਲੀ ਹੈਗੀ ਹੈ ਹਿਸਟਰੀ ਆਫ ਰਾਜਸਥਾਨ। ਇਹ ਜਿਹੜੀ ਪੁਸਤਕ ਹੈਗੀ ਆ ਇਹ ਜੇਮਸ ਟਾਊਨ ਦੀ ਲਿਖੀ ਹੋਈ ਹੈਗੀ ਆ। ਇਸ ਤੋਂ ਵੀ ਇਹ ਪਤਾ ਲੱਗਦਾ ਹੈਗਾ ਕਿ ਚੌਹਾਨ ਵੰਸ਼ ਦੀ ਸਥਾਪਨਾ ਕਿਸੇ ਵਾਸੂਦੇਵ ਨਾਮਕ ਵਿਅਕਤੀ ਨੇ ਕੀਤੀ ਸੀ। ਅਗਲਾ ਜਿਹੜਾ ਸਾਹਿਤ ਮਿਲਿਆ ਹੈਗਾ ਉਹ ਹੈ ਪ੍ਰਿਥਵੀ ਰਾਜ ਰਾਸੋ। ਇਹ ਚੰਦਰ ਬਰਦਾਈ ਦੀ ਰਚਨਾ ਹੈਗੀ ਹੈ। ਇਸ ਤੋਂ ਵੀ ਇਹ ਪਤਾ ਲੱਗਦਾ ਹੈਗਾ ਕਿ ਜਿਹੜਾ ਚੌਹਾਨ ਵੰਸ਼ ਸੀ ਉਸ ਦੀ ਉਤਪਤੀ ਅਗਨੀ ਕੁੰਡ ਤੋਂ ਹੋਈ ਸੀ। ਅਗਲਾ ਜਿਹੜਾ ਸਾਹਿਤ ਮਿਲਿਆ ਹੈ ਉਹ ਹੈ ਪ੍ਰਿਥਵੀ ਰਾਜ ਵਿਜੇ। ਇਹ ਜਿਹੜੀ ਰਚਨਾ ਹੈਗੀ ਆ ਇਹ ਗ੍ਰੰਥ ਹੈਗਾ ਇਹ ਜਜਾਨਕ ਦਾ ਲਿਖਿਆ ਹੋਇਆ ਹੈਗਾ, ਇਹ ਯਾਦ ਰੱਖਣਾ ਹੈਗਾ। ਇਸ ਤੋਂ ਵੀ ਇਹ ਪਤਾ ਲੱਗਦਾ ਹੈਗਾ ਕਿ ਜਿਹੜਾ ਅਗਨੀ ਕੁੰਡ ਤੋਂ ਪੈਦਾ ਹੋਇਆ ਚੌਹਾਨ ਵੰਸ਼ ਸੀਗਾ। ਹੁਣ ਆਪਾਂ ਕਿੰਗਾਂ ਬਾਰੇ ਕੁਝ ਗੱਲ ਕਰਾਂਗੇ, ਜਿਹੜੇ ਇਸ ਵੰਸ਼ ਦੇ ਰੂਲਰ ਹੋਏ ਆ ਉਹਨਾਂ ਬਾਰੇ ਗੱਲ ਕਰਾਂਗੇ। ਬਜੋਲੀਆ ਅਭਿਲੇਖ ਤੋਂ ਇਹ ਪਤਾ ਲੱਗਦਾ ਹੈਗਾ ਕਿ ਚੌਹਾਨ ਵੰਸ਼ ਦੀ ਸਥਾਪਨਾ ਵਾਸੂਦੇਵ ਨੇ 552 ਏਡੀ ਵਿੱਚ ਕੀਤੀ ਸੀ। ਕਿਸਨੇ ਕੀਤੀ ਸੀ? ਵਾਸੂਦੇਵ ਨੇ। ਕਿਹੜੇ ਅਭਿਲੇਖ ਤੋਂ ਪਤਾ ਲੱਗਦਾ ਹੈਗਾ? ਬਜੋਲੀਆ। ਬਜੋਲੀਆ ਅਭਿਲੇਖ ਕਿਸ ਦਾ ਲਿਖਿਆ ਹੋਇਆ ਹੈਗਾ? ਤੁਹਾਨੂੰ ਦੱਸਿਆ ਸੀ ਸਮੇਸ਼ਵਰ ਦੇਵ ਦਾ ਲਿਖਿਆ ਹੋਇਆ ਹੈਗਾ। ਤੇ ਇਸ ਤੋਂ ਪਤਾ ਲੱਗਦਾ ਹੈ ਕਿ ਵਾਸੂਦੇਵ ਨਾਮਕ ਵਿਅਕਤੀ ਨੇ 552 ਏਡੀ ਵਿੱਚ ਇਸ ਵੰਸ਼ ਦੀ ਸਥਾਪਨਾ ਕੀਤੀ ਸੀ। ਤੇ ਵਾਸੂਦੇਵ ਨੂੰ ਹੋਰ ਕੀ ਕਿਹਾ ਜਾਂਦਾ ਸੀ? ਵਾਸੂਦੇਵ ਨੂੰ ਆਦਿ ਪੁਰਸ਼ ਵੀ ਕਿਹਾ ਜਾਂਦਾ ਸੀ। ਇਹ ਤੁਸੀਂ ਯਾਦ ਰੱਖਣਾ ਹੈਗਾ, ਕਈ MCQਆਂ ਵਿੱਚ ਇਹ ਪੁੱਛਿਆ ਗਿਆ ਹੈਗਾ ਆਦਿ ਪੁਰਸ਼ ਕਿਸ ਨੂੰ ਕਿਹਾ ਜਾਂਦਾ ਸੀ। ਵਾਸੂਦੇਵ ਨੇ 552 ਈਸਵੀ ਦੇ ਆਸ-ਪਾਸ ਇਸ ਵੰਸ਼ ਦੀ ਸਥਾਪਨਾ ਕੀਤੀ ਸੀ। ਤੇ ਸੇਵਦੀ ਤੇ ਬਰਲ ਅਭਿਲੇਖ ਅਨੁਸਾਰ ਚੌਹਾਨ ਵੰਸ਼ ਦੀ ਸਥਾਪਨਾ ਚਾਹਮਾਨ ਨਾਮਕ ਵਿਅਕਤੀ ਨੇ ਕੀਤੀ ਸੀ। ਦੂਜੇ ਪਾਸੇ ਜਿਹੜੇ ਆਪਣੇ ਅਭਿਲੇਖ ਹੈਗੇ ਆ ਉਹ ਇਹ ਦੱਸਦੇ ਹੈਗੇ ਆ ਕਿ ਕੋਈ ਵਿਅਕਤੀ ਸੀ ਜਿਹਦਾ ਨਾਂ ਚਾਹਮਾਨ ਸੀਗਾ, ਉਸਨੇ ਚੌਹਾਨ ਵੰਸ਼ ਦੀ ਸਥਾਪਨਾ ਕੀਤੀ ਸੀ। ਚੌਹਾਨ ਵੰਸ਼ ਦੇ ਆਰੰਭਕ ਰਾਜੇ ਪ੍ਰਤੀਹਾਰ ਵੰਸ਼ ਦੇ ਸੰਮਤ ਸੀਗੇ। ਚੌਹਾਨ ਰਾਜਾ ਅਜੇਰਾਜ। ਵਾਸੂਦੇਵ ਤੋਂ ਬਾਅਦ ਜਿਹੜਾ ਰਾਜਾ ਹੋਇਆ ਸੀ ਉਹ ਕੌਣ ਸੀ? ਅਜੇਰਾਜ। ਤੇ ਅਜੇਰਾਜ ਨੇ ਇੱਕ ਨਗਰ ਵਸਾਇਆ ਸੀ ਜਿਸ ਨੂੰ ਕੀ ਕਿਹਾ ਜਾਂਦਾ ਸੀ? ਅਜਮੇਰ ਕਿਹਾ ਜਾਂਦਾ ਸੀ। ਅਜਮੇਰ ਨਗਰ ਦੀ ਸਥਾਪਨਾ ਕੀਤੀ ਸੀਗੀ, ਇਹ ਤੁਸੀਂ ਯਾਦ ਰੱਖਣਾ ਹੈਗਾ। ਅਜੇਰਾਜ ਤੋਂ ਬਾਅਦ ਜਿਹੜਾ ਅਗਲਾ ਸ਼ਾਸਕ ਹੋਇਆ ਸੀ ਉਹ ਸੀ ਅਰਨੋਰਾਜ। ਅਰਨੋਰਾਜ ਨੇ 1133 ਈਡੀ ਤੱਕ ਈਸਵੀ ਵਿੱਚ ਗੱਦੀ ਤੇ ਬੈਠਾ ਸੀਗਾ, ਇਹ ਤੁਸੀਂ ਯਾਦ ਰੱਖਣਾ ਹੈਗਾ। ਤੇ ਜਿਹੜਾ ਅਜੇਰਾਜ ਸੀ ਉਸ ਦਾ ਕਾਲ 1113 ਤੋਂ ਲੈ ਕੇ 1133 ਈਡੀ ਤੱਕ ਸੀਗਾ। ਅਰਨੋਰਾਜ ਨੇ ਕਈ ਟਾਈਟਲ ਧਾਰਨ ਕੀਤੇ ਸੀ, ਜਿਵੇਂ ਮਹਾਰਾਜਾ ਧਰਾਜ, ਪਰਮੇਸ਼ਵਰ ਤੇ ਪਰਮ ਭਟਾਰਕ ਦੀ ਟਾਈਟਲ ਧਾਰਨ ਕੀਤੇ ਸੀ। ਅਜਮੇਰ ਵਿੱਚ ਅਰਨੋਰਾਜ ਦੁਆਰਾ ਆਨਾ ਸਾਗਰ ਝੀਲ ਬਣਾਈ ਗਈ ਸੀ। ਆਨਾ ਸਾਗਰ। ਤੇ ਆਨਾ ਸਾਗਰ ਝੀਲ ਦੇ ਪਾਸ ਮੁਗਲ ਬਾਦਸ਼ਾਹ ਜਹਾਂਗੀਰ ਨੇ ਦੌਲਤ ਬਾਗ ਦਾ ਨਿਰਮਾਣ ਕਰਵਾਇਆ ਸੀ। ਕਿਸ ਦਾ ਨਿਰਮਾਣ ਕਰਵਾਇਆ ਸੀ? ਦੌਲਤ ਬਾਗ ਦਾ ਨਿਰਮਾਣ ਕਰਵਾਇਆ ਸੀ। ਤੇ ਅਰਨੋਰਾਜ ਦੀ ਹੱਤਿਆ ਉਸਦੇ ਪੁੱਤਰ ਜਗਦੇਵ ਦੁਆਰਾ ਕੀਤੀ ਗਈ ਸੀਗੀ। ਤੇ ਅਗਲਾ ਜਿਹੜਾ ਕਿੰਗ ਸ਼ਕਤੀਸ਼ਾਲੀ ਹੋਇਆ ਇਸ ਵੰਸ਼ ਦਾ ਉਹ ਸੀ ਵਿਗ੍ਰਹਿ ਰਾਜ ਚੌਥਾ। ਵਿਗ੍ਰਹਿ ਰਾਜ ਚੌਥਾ, ਇਸ ਦਾ ਸ਼ਾਸਨਕਾਲ ਸੀ 1158 ਈਡੀ ਤੋਂ ਲੈ ਕੇ 1164 ਈਡੀ ਤੱਕ।
ਤੇ ਇਸ ਨੂੰ ਬਿਸਲ ਰਾਜ ਵੀ ਕਿਹਾ ਜਾਂਦਾ ਸੀ। ਬਿਸਲ ਦੇਵ ਬਿਸਲ ਦੇਵ ਵੀ ਕਿਹਾ ਜਾਂਦਾ ਸੀ ਇਸ ਨੂੰ। ਵਿਗ੍ਰਹਿ ਰਾਜ ਚੌਥੇ ਨੇ ਤੋਮਰ ਵੰਸ਼ ਦੇ ਸ਼ਾਸਕਾਂ ਤੋਂ ਦਿੱਲੀ ਨੂੰ ਖੋਹ ਲਿਆ ਸੀ ਤੇ ਉਸ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਚੌਹਾਨ ਵੰਸ਼ ਦਾ ਸਵਰਨ ਕਾਲ ਕਹਾ ਜਾਂਦਾ ਹੈਗਾ। ਇਹਦੇ ਕਾਲ ਨੂੰ, ਸ਼ਾਸਨ ਕਾਲ ਨੂੰ ਕੀ ਕਿਹਾ ਜਾਂਦਾ ਹੈਗਾ? ਚੌਹਾਨ ਵੰਸ਼ ਦਾ ਸਵਰਨ ਕਾਲ ਕਿਹਾ ਜਾਂਦਾ ਹੈਗਾ। ਵਿਗ੍ਰਹਿ ਰਾਜ ਚੌਥਾ ਸੰਸਕ੍ਰਿਤ ਦਾ ਪ੍ਰਸਿੱਧ ਵਿਦਵਾਨ ਸੀ ਤੇ ਇਸ ਨੇ ਇੱਕ ਨਾਟਕ ਦੀ ਰਚਨਾ ਕੀਤੀ ਸੀ, ਹਰੀਕੇਲੀ ਨਾਮਕ ਇੱਕ ਗ੍ਰੰਥ ਦੀ ਰਚਨਾ ਕੀਤੀ ਸੀ। ਵਿਗ੍ਰਹਿ ਰਾਜ ਚੌਥੇ ਦੇ ਦਰਬਾਰ ਵਿੱਚ ਬਿਸਲ ਦੇਵ ਰਾਸੋ ਦੇ ਰਚਨਕਾਰ ਨਰਪਤੀ ਨਾਹਲ ਰਹਿੰਦੇ ਸੀਗੇ। ਇਹ ਤੁਸੀਂ ਯਾਦ ਰੱਖਣਾ ਹੈਗਾ ਕਿ ਵਿਗ੍ਰਹਿ ਰਾਜ ਜਿਹੜਾ ਸੀਗਾ ਉਹਦੇ ਦਰਬਾਰ ਵਿੱਚ ਨਰਪਤੀ ਨਾਹਲ ਰਹਿੰਦਾ ਸੀਗਾ, ਕਵੀ ਸੀਗਾ ਇਹ, ਜਿਸ ਨੇ ਕਿਸ ਦੀ ਰਚਨਾ ਕੀਤੀ ਸੀ? ਬਿਸਲ ਦੇਵ ਰਾਸੋ ਦੀ ਰਚਨਾ ਕੀਤੀ ਸੀ। ਇਸ ਤੋਂ ਇਲਾਵਾ ਲਲਿਤ ਵਿਗ੍ਰਹਿ ਰਾਜ ਗ੍ਰੰਥ ਦੇ ਰਚਿਤਾ ਸੋਮਦੇਵ ਵੀ ਇਸ ਦੇ ਦਰਬਾਰ ਵਿੱਚ ਰਹਿੰਦੇ ਸੀਗੇ। ਇਹ ਤੁਸੀਂ ਯਾਦ ਰੱਖਣਾ ਹੈਗਾ। ਇੱਕ ਤਾਂ ਸੋਮਦੇਵ ਹੋ ਗਿਆ, ਇੱਕ ਹੋ ਗਿਆ ਨਰਪਤੀ। ਇਹ ਦੋਵੇਂ ਜਿਹੜੇ ਸੀਗੇ ਕਵੀ ਸੀਗੇ ਤੇ ਇਹਨਾਂ ਦੋਨਾਂ ਨੇ ਹੀ ਅੱਡੋ ਅੱਡ ਗ੍ਰੰਥਾਂ ਦੀ ਰਚਨਾ ਕੀਤੀ ਸੀ। ਇੱਕ ਨੇ ਲਲਿਤ ਵਿਗ੍ਰਹਿ ਰਾਜ ਦੀ ਰਚਨਾ ਕੀਤੀ ਸੀ, ਇੱਕ ਨੇ ਬਿਸਲ ਦੇਵ ਰਾਸੋ ਦੀ ਰਚਨਾ ਕੀਤੀ ਸੀ ਤੇ ਇਹ ਦੋਵੇਂ ਹੀ ਵਿਗ੍ਰਹਿ ਰਾਜ ਚੌਥੇ ਰਾਜ ਵਿੱਚ ਰਹਿੰਦੇ ਸੀਗੇ। ਤੇ ਜਿਹੜਾ ਸੋਮਦੇਵ ਸੀਗਾ ਇਹ ਰਾਜ ਕਵੀ ਸੀਗਾ ਕਿਹਦਾ? ਵਿਗ੍ਰਹਿ ਰਾਜ ਚੌਥੇ ਦਾ। ਇਹ ਤੁਸੀਂ ਯਾਦ ਰੱਖਣਾ ਹੈਗਾ। ਇਹ MCQ ਕਈ ਐਗਜ਼ਾਮਾਂ ਵਿੱਚ ਪੁੱਛੇ ਗਏ ਹਨ। ਅਜਮੇਰ ਵਿੱਚ ਇੱਕ ਸੰਸਕ੍ਰਿਤ ਪਾਠਸ਼ਾਲਾ ਦਾ ਨਿਰਮਾਣ ਕਰਵਾਇਆ ਸੀ। ਵਿਗ੍ਰਹਿ ਰਾਜ ਚੌਥੇ ਨੇ ਸੰਸਕ੍ਰਿਤ ਪਾਠਸ਼ਾਲਾ ਬਣਾਈ ਸੀ। ਕਿੱਥੇ ਬਣਾਈ ਸੀ? ਅਜਮੇਰ ਵਿੱਚ। ਬਾਅਦ ਵਿੱਚ ਜਿਹੜਾ ਕੁਤਬਦੀਨ ਐਬਕ ਸੀਗਾ ਉਸਨੇ ਇਸ ਨੂੰ ਤੁੜਵਾਤਾ ਸੀਗਾ ਸੰਸਕ੍ਰਿਤ ਪਾਠਸ਼ਾਲਾ ਨੂੰ, ਤੇ ਉੱਥੇ 2.5 ਦਿਨ ਦਾ ਝੌਂਪੜਾ ਨਾਮਕ ਇੱਕ ਮਸਜਿਦ ਬਣਾਈ ਸੀ ਜੋ ਰਾਜਸਥਾਨ ਦੀ ਪਹਿਲੀ ਮਸਜਿਦ ਮੰਨੀ ਜਾਂਦੀ ਹੈਗੀ ਆ। ਇਸ ਤੋਂ ਬਾਅਦ ਜਿਹੜਾ ਸ਼ਾਸਕ ਆਇਆ ਉਹ ਬਹੁਤ ਹੀ ਸ਼ਕਤੀਸ਼ਾਲੀ ਸੀ ਤੇ ਉਸ ਦਾ ਨਾਮ ਸੀ ਪ੍ਰਿਥਵੀ ਰਾਜ ਚੌਹਾਨ। ਪ੍ਰਿਥਵੀ ਰਾਜ ਚੌਹਾਨ ਤੀਜਾ। ਇਸ ਨੂੰ ਰਾਏ ਪਿਥੌਰਾ ਵੀ ਕਿਹਾ ਜਾਂਦਾ ਸੀ। ਇਹ ਯਾਦ ਰੱਖਣਾ ਹੈਗਾ। ਇਸ ਨੂੰ ਕੀ ਕਿਹਾ ਜਾਂਦਾ ਸੀ? ਰਾਏ ਪਿਥੌਰਾ। ਤੇ ਇਸ ਦਾ ਸ਼ਾਸਨਕਾਲ ਸੀ ਜਿਹੜਾ ਉਹ ਸੀ 1178 ਈੜੀ ਤੋਂ ਲੈ ਕੇ 1192 ਈੜੀ ਤੱਕ। ਤੇ ਇਸ ਦਾ ਜਨਮ ਅਜਮੇਰ ਰਾਜ ਦੇ ਰਾਜਾ ਸਮੇਸਵਰ ਦੇ ਕੋਲ ਹੋਇਆ ਸੀ ਤੇ ਇਸ ਦੀ ਮਾਤਾ ਜਿਹੜੀ ਸੀ ਉਸ ਦਾ ਨਾਂ ਕਰਪੂਰ ਦੇਵੀ ਸੀ। ਇਸ ਦੇ 12 ਪਤਨੀਆਂ ਸੀਗੀਆਂ ਪ੍ਰਿਥਵੀ ਰਾਜ ਚੌਹਾਨ ਤੀਜੇ ਦੇ, ਤੇ ਜਿਨ੍ਹਾਂ ਵਿੱਚੋਂ ਸਭ ਤੋਂ ਜਿਹੜੀ ਪ੍ਰਸਿੱਧ ਰਾਣੀ ਸੀ ਉਸ ਦਾ ਨਾਂ ਕੀ ਸੀ? ਸੰਜੋਗਤਾ ਸੀਗਾ। ਸੰਜੋਗਿਤਾ। ਤੇ ਇਹ ਕਨੌਜ ਦੇ ਸ਼ਾਸਕ ਜੈਚੰਦ ਦੀ ਪੁੱਤਰੀ ਸੀਗੀ। ਇਹ ਤੁਸੀਂ ਯਾਦ ਰੱਖਣਾ ਹੈਗਾ। ਤੇ ਜਿਹੜਾ ਪ੍ਰਿਥਵੀ ਰਾਜ ਚੌਹਾਨ ਤੀਜਾ ਸੀ ਇਹ ਲਾਸਟ ਪਾਵਰਫੁਲ ਕਿੰਗ ਸੀ। ਕਿਸ ਦਾ? ਚੌਹਾਨ ਰਾਜਵੰਸ਼ ਦਾ। ਇਹ ਤੁਸੀਂ ਯਾਦ ਰੱਖਣਾ ਹੈਗਾ। ਇਸ ਤੋਂ ਇਲਾਵਾ 1182 ਈੜੀ ਵਿੱਚ ਇਸ ਨੇ ਚੰਦੇਲ ਵੰਸ਼ ਦੇ ਇੱਕ ਅੰਤਮ ਸ਼ਾਸਕ, ਚੰਦੇਲ ਵੰਸ਼ ਦਾ ਅੰਤਮ ਸ਼ਾਸਕ ਸੀ ਪਰ ਮਰਦੀ ਦੇਵ,
ਪਰਮਰਦੀ ਦੇਵ ਇਸ ਨੂੰ ਬੁਰੀ ਤਰ੍ਹਾਂ ਹਰਾਇਆ ਸੀਗਾ ਤੇ ਇਸ ਦੇ ਦੋ ਸੈਨਾ ਨਾਇਕ ਸੀਗੇ, ਉਹਨਾਂ ਦੀ ਵੀ ਲੜਦੇ ਲੜਦੇ ਮੌਤ ਹੋ ਗਈ ਸੀ। ਪਰਮਰਦੀ ਦੇਵ ਦੇ ਦੋ ਜਿਹੜਾ ਸੈਨਾ ਨਾਇਕ ਸੀਗੇ ਉਹ ਸੀ ਆਲਾ, ਇਹ ਵੀ MCQ ਪੁੱਛਿਆ ਗਿਆ ਹੈਗਾ, ਆਲਾ ਤੇ ਉਦਲ, ਇਹ ਦੋ ਸੈਨਾ ਨਾਇਕ ਸੀਗੇ ਜਿਹੜੇ ਭਾਦਰੀ ਨਾਲ ਲੜੇ ਸੀਗੇ। ਕਿਹਦੇ ਸੈਨਾ ਨਾਇਕ ਸੀ? ਚੰਦੇਲ ਰਾਜਾ ਸੀ ਪਰਮਰਦੀ ਦੇਵ, ਉਸਦੇ ਸੈਨਾ ਨਾਇਕ ਸੀਗੇ। ਇਸ ਤੋਂ ਇਲਾਵਾ ਪ੍ਰਿਥਵੀ ਰਾਜ ਚੌਹਾਨ ਤੀਜੇ ਦੇ ਦਰਬਾਰ ਵਿੱਚ ਇੱਕ ਕਵੀ ਰਹਿੰਦਾ ਸੀ ਜਿਸ ਨੂੰ ਕੀ ਕਹਿੰਦੇ ਸੀ? ਚੰਦਰ ਬਰਦਾਈ ਕਹਿੰਦੇ ਸੀ। ਚੰਦਰ ਬਰਦਾਈ ਇਹ ਰਾਜ ਕਵੀ ਸੀਗਾ। ਇਸ ਤੋਂ ਇਲਾਵਾ ਉਸਦੇ ਦਰਬਾਰ ਵਿੱਚ ਇੱਕ ਹੋਰ ਵੀ ਕਸ਼ਮੀਰੀ ਰਾਜ ਕਵੀ ਰਹਿੰਦਾ ਸੀ, ਉਸ ਨੂੰ ਕੀ ਕਹਿੰਦੇ ਸੀ? ਜਜਾਨਕ। ਚੰਦਰ ਬਰਦਾਈ ਨੇ ਕਿਹੜੀ ਰਚਨਾ ਕੀਤੀ ਸੀ? ਉਸਨੇ ਕੀਤੀ ਸੀ ਪ੍ਰਿਥਵੀ ਰਾਜ ਰਾਸੋ ਦੀ, ਜਿਸ ਵਿੱਚ ਪ੍ਰਿਥਵੀ ਰਾਜ ਚੌਹਾਨ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਤੇ ਜਜਾਨਕ ਨੇ ਕਿਹੜੀ ਕੀਤੀ ਸੀ? ਪ੍ਰਿਥਵੀ ਰਾਜ ਵਿਜੇ ਦੀ ਰਚਨਾ ਕੀਤੀ ਸੀ। ਤੇ ਜਜਾਨਕ ਦੀ ਰਚਨਾ ਵਿੱਚ ਹੀ ਤਰਾਇਣ ਨੂੰ ਕੀ ਕਿਹਾ ਗਿਆ ਹੈਗਾ? ਤਰਾਵੜੀ ਕਹਾ ਗਿਆ ਹੈ। ਤਰਾਵੜੀ ਇਹ MCQ ਮਾਸਟਰ ਕੈਡਰ ਵਿੱਚ ਪੁੱਛਿਆ ਗਿਆ ਸੀ ਕਿ ਤਰਾਇਣ ਦਾ ਦੂਜਾ ਨਾਂ ਕਿਹੜਾ ਹੈਗਾ, ਉਹਨੂੰ ਕੀ ਕਿਹਾ ਜਾਂਦਾ ਹੈਗਾ? ਤਰਾਵੜੀ ਕਿਹਾ ਜਾਂਦਾ ਹੈ। ਤਰਾਇਣ ਦਾ ਪਹਿਲਾ ਯੁੱਧ ਨੂੰ ਕੀ ਕਿਹਾ ਜਾਂਦਾ? ਤਰਾਵੜੀ ਦਾ ਪਹਿਲਾ ਯੁੱਧ। ਤੇ ਤਰਾਇਣ ਦੇ ਦੂਜੇ ਯੁੱਧ ਨੂੰ ਕਿਹਾ ਜਾਂਦਾ ਹੈਗਾ ਤਰਾਵੜੀ ਦਾ ਦੂਜਾ ਯੁੱਧ। ਪ੍ਰਿਥਵੀ ਰਾਜ ਚੌਹਾਨ ਤੀਜਾ ਸੀਗਾ ਜਿਹੜਾ, ਇਹਦੇ ਕਾਲ ਵਿੱਚ ਦੋ ਯੁੱਧ ਹੋਏ ਸੀ, ਸਾਨੂੰ ਹੁਣੇ ਦੱਸ ਕੇ ਹਟੇ ਹਾਂ। 1191 ਈਡੀ ਵਿੱਚ ਤਰਾਇਣ ਦਾ ਪਹਿਲਾ ਯੁੱਧ, ਜਿਸ ਨੂੰ ਤਰਾਵੜੀ ਦਾ ਪਹਿਲਾ ਯੁੱਧ ਵੀ ਕਿਹਾ ਜਾਂਦਾ ਹੈਗਾ, ਇਹ ਕਿਹਦੇ ਵਿਚਕਾਰ ਹੋਇਆ ਸੀ? ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ ਦੇ ਵਿਚਕਾਰ ਹੋਇਆ ਸੀ ਤੇ ਮੁਹੰਮਦ ਗੌਰੀ ਬੁਰੀ ਤਰ੍ਹਾਂ ਹਾਰ ਗਿਆ ਸੀ। ਤੇ ਦੂਸਰਾ ਤਰਾਵੜੀ ਦਾ ਯੁੱਧ 1192 ਈਡੀ ਵਿੱਚ ਹੋਇਆ ਸੀ ਤੇ ਇਸ ਵਿੱਚ ਮੁਹੰਮਦ ਗੌਰੀ ਜਿੱਤ ਗਿਆ ਸੀਗਾ ਤੇ ਪ੍ਰਿਥਵੀ ਰਾਜ ਚੌਹਾਨ ਨੂੰ ਬੰਦੀ ਬਣਾ ਲਿਆ ਗਿਆ ਸੀਗਾ ਤੇ ਬਾਅਦ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਪਰੰਤੂ ਚੰਦਰ ਬਰਦਾਈ ਦੇ ਗ੍ਰੰਥ ਤੋਂ ਪਤਾ ਲੱਗਦਾ ਹੈਗਾ ਕਿ ਪ੍ਰਿਥਵੀ ਰਾਜ ਚੌਹਾਨ ਦੀ ਹੱਤਿਆ ਨਹੀਂ ਕੀਤੀ ਗਈ ਸੀ। ਪ੍ਰਿਥਵੀ ਰਾਜ ਚੌਹਾਨ ਨੇ ਬੰਦੀ ਕਾਲ ਵਿੱਚ ਹੀ ਮੁਹੰਮਦ ਗੌਰੀ ਦੀ ਹੱਤਿਆ ਕਰਤੀ ਸੀਗੀ, ਜਿਹੜੀ ਕਿ ਗੱਲ ਸਹੀ ਨਹੀਂ ਹੈ। ਇਸ ਤਰ੍ਹਾਂ ਇਹ ਸ਼ਾਸਨਕਾਲ ਪ੍ਰਿਥਵੀ ਰਾਜ ਚੌਹਾਨ ਦਾ ਸੀਗਾ। ਤੇ ਪ੍ਰਿਥਵੀ ਰਾਜ ਚੌਹਾਨ ਦੇ ਨਾਲ ਨਾਲ ਆਪਾਂ ਮੁਹੰਮਦ ਗੌਰੀ ਬਾਰੇ ਵੀ ਕੁਝ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਮੁਹੰਮਦ ਗੌਰੀ ਜਿਹੜਾ ਸੀਗਾ, ਇਸ ਨੇ ਪ੍ਰਿਥਵੀ ਰਾਜ ਚੌਹਾਨ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਦੇ ਨਾਲ ਯੁੱਧ ਤੋਂ ਇਲਾਵਾ ਕਨੌਜ ਦੇ ਸ਼ਾਸਕ ਜੈ ਚੰਦ ਨਾਲ ਇੱਕ ਯੁੱਧ ਕੀਤਾ ਸੀ 1194 ਈੜੀ ਵਿੱਚ। ਕਿਹੜਾ ਯੁੱਧ ਸੀ ਉਹ? ਚੰਦਾਵਰ ਦਾ ਯੁੱਧ, ਜਿਸ ਵਿੱਚ ਜੈ ਚੰਦ ਨੂੰ ਬੁਰੀ ਤਰ੍ਹਾਂ ਹਰਾਇਆ ਸੀਗਾ। ਇਹ ਤੁਸੀਂ ਯਾਦ ਰੱਖਣਾ ਹੈਗਾ। 1191 ਈਸਵੀ ਵਿੱਚ ਤਾਂ ਤਰਾਇਣ ਦਾ ਪਹਿਲਾ ਯੁੱਧ ਹੋਇਆ ਸੀ ਤੇ 1192 ਈੜੀ ਵਿੱਚ ਤਰਾਇਣ ਦਾ ਦੂਜਾ ਯੁੱਧ ਹੋਇਆ ਸੀ ਤੇ 1194 ਈੜੀ ਵਿੱਚ ਚੰਦਾਵਰ ਦਾ ਯੁੱਧ ਹੋਇਆ ਸੀ। ਕਿਹਦੇ ਨਾਲ ਹੋਇਆ ਸੀ ਇਹ? ਕਨੌਜ ਦਾ ਮਹਾਨ ਸ਼ਾਸਕ ਸੀਗਾ ਜੈ ਚੰਦ। ਜੈ ਚੰਦ ਦੀ ਹੀ ਪੁੱਤਰੀ ਸੀ ਸੰਯੋਗਤਾ, ਜਿਸ ਦਾ ਵਿਆਹ ਪ੍ਰਿਥਵੀ ਰਾਜ ਚੌਹਾਨ ਤੀਜੇ ਨਾਲ ਹੋਇਆ ਸੀਗਾ। ਮੁਹੰਮਦ ਗੌਰੀ ਜਿਹੜਾ ਸੀਗਾ, ਇਹਦਾ ਅਸਲੀ ਨਾਮ ਕੀ ਸੀਗਾ? ਮੁਹੰਮਦ ਗੌਰੀ ਦਾ ਅਸਲੀ ਨਾਮ ਸੀ ਮੁਹੰਮਦ ਬਿਨ ਸ਼ਾਮ, ਕਾਸਮ ਨਹੀਂ, ਮੁਹੰਮਦ ਬਿਨ ਸ਼ਾਮ ਸੀਗਾ। ਤੇ ਇਸ ਦਾ ਆਦੇਸ਼ ਕੀ ਸੀਗਾ? ਮੁਸਲਿਮ ਰਾਸ਼ਟਰ ਸਥਾਪਿਤ ਕਰਨਾ ਇਸ ਦਾ ਆਦੇਸ਼ ਸੀ। ਇਹ ਅਫਗਾਨਿਸਤਾਨ ਦੇ ਗੋਮਲ ਪਾਸਿਸ ਰਾਹੀਂ ਆਇਆ ਸੀ। ਗੋਮਲ ਦਰੇ ਹੈਗੇ ਆ, ਖੈਬਰ ਟੋਚੀ, ਗੋਮਲ ਬਲਾਨ, ਇਹ ਸਾਰੇ ਦਰੇ ਹੈਗੇ ਆ ਜਿਨ੍ਹਾਂ ਰਾਹੀਂ ਵਿਦੇਸ਼ੀ ਹਮਲਾਵਰ ਆਉਂਦੇ ਰਹੇ ਆ। ਮੁਹੰਮਦ ਗੌਰੀ ਵੀ ਗੋਮਲ ਦਰਾ ਰਾਹੀਂ ਆਇਆ ਸੀਗਾ ਤੇ ਗੋਮਲ ਦਰਿਆ ਵਰਤਮਾਨ ਵਿੱਚ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਮੱਧ ਤੋਂ ਗੁਜ਼ਰਨ ਵਾਲੀ ਡੂਰੰਡ ਰੇਖਾ ਹੈਗੀ ਜਿਹੜੀ, ਉਸ ਤੇ ਸਥਿਤ ਹੈਗਾ। ਗੋਮਲ
ਦਰਾਜੜਾ। ਅਫਗਾਨਿਸਤਾਨ ਨੂੰ ਪਹਿਲਾਂ ਕੀ ਕਿਹਾ ਜਾਂਦਾ ਸੀ? ਪਹਿਲਾਂ ਅਫਗਾਨਿਸਤਾਨ ਨੂੰ ਘੋਰ ਕਿਹਾ ਜਾਂਦਾ ਸੀ। ਇਸ ਲਈ ਮੁਹੰਮਦ ਬਿਨ ਸ਼ਾਮ ਨੂੰ ਘੋਰੀ ਕਹਾ ਜਾਣ ਲੱਗ ਪਿਆ ਤੇ ਕਲਾਂਤਰ ਵਿੱਚ ਇਸ ਨੂੰ ਗੌਰੀ ਬਣ ਗਿਆ ਤੇ ਬਾਅਦ ਵਿੱਚ ਕਲਾਂਤਰ ਵਿੱਚ ਕੀ ਬਣ ਗਿਆ? ਇਹ ਗੌਰੀ ਬਣ ਗਿਆ। ਗੋਮਲ ਦਰਿਆ ਤੋਂ ਆਉਂਦੇ ਹੋਏ ਪਹਿਲਾਂ ਇਸਨੇ ਸਭ ਤੋਂ ਪਹਿਲਾਂ 1175 ਈਸਵੀ ਵਿੱਚ ਮੁਹੰਮਦ ਬਿਨ ਸ਼ਾਮ, ਜਿਸ ਨੂੰ ਮੁਹੰਮਦ ਗੌਰੀ ਵੀ ਕਿਹਾ ਜਾਂਦਾ ਸੀ, ਇਸਨੇ ਮਲਤਾਨ ਤੇ ਹਮਲਾ ਕੀਤਾ ਸੀ। ਇਸਨੇ ਭਾਰਤ ਤੇ ਕੁੱਲ 5 ਹਮਲੇ ਕੀਤੇ ਸੀਗੇ ਮੁਹੰਮਦ ਗੌਰੀ ਨੇ। ਇਹ ਯਾਦ ਰੱਖਣਾ ਗਾ, ਪਹਿਲਾ ਹਮਲਾ ਕਿੱਥੇ ਕੀਤਾ ਸੀ? ਇਸਨੇ ਮਲਤਾਨ ਵਿੱਚ ਕੀਤਾ ਸੀ ਤੇ ਜੇਹਲਮ ਨਦੀ ਦੇ ਕੰਢੇ ਤੇ ਖੋਖਰ ਜਾਟ ਕਬੀਲੇ ਦੇ ਲੋਕਾਂ ਨੇ 1205 ਈਸਵੀ ਵਿੱਚ ਆਪਣੇ ਉੱਤੇ ਹੋਏ ਹਮਲੇ ਦਾ ਬਦਲਾ ਲਿਆ ਸੀ। ਇਸ ਤੋਂ ਮੁਹੰਮਦ ਗੌਰੀ ਤੋਂ ਤੇ 1206 ਈੜੀ ਵਿੱਚ ਉਸ ਦੀ ਹੱਤਿਆ ਕਰਤੀ ਸੀ ਤੇ ਮੁਹੰਮਦ ਗੌਰੀ ਦਾ ਕੋਈ ਵੀ ਸੰਤਾਨ ਨਹੀਂ ਸੀ, ਇਸ ਲਈ ਉਸ ਦਾ ਇੱਕ ਗੁਲਾਮ ਕੁਤਬਦੀਨ ਐਬਕ ਕੀ ਬਣਿਆ ਸੀ? ਸਮਰਾਟ ਬਣ ਗਿਆ ਸੀ ਤੇ ਜਿਸ ਨੇ ਇੱਕ ਮੁਸਲਿਮ ਸਾਮਰਾਜ ਦੀ ਸਥਾਪਨਾ ਕੀਤੀ ਸੀ ਤੇ ਆਪਣਾ ਇੱਕ ਵੰਸ਼ ਬਣਾਇਆ ਸੀ। ਕਿਹੜਾ ਸੀ ਵੰਸ਼? ਉਹ ਗੁਲਾਮ ਵੰਸ਼ ਸੀਗਾ, ਜਿਸ ਨੂੰ ਇਲਬਰੀ ਵੰਸ਼ ਜਾਂ ਮਾਮਲੁਕ ਵੰਸ਼ ਵੀ ਕਿਹਾ ਜਾਂਦਾ ਹੈਗਾ। ਤਾਂ ਇਹ ਅੱਜ ਦਾ ਆਪਣੀ ਵੀਡੀਓ ਸੀ ਚੌਹਾਨ ਵੰਸ਼ ਬਾਰੇ ਤੇ ਵੀਡੀਓ ਕਾਫੀ ਲੰਮੀ ਹੋ ਗਈ ਸੀ, ਇਸ ਲਈ ਮੈਂ MCQ ਨਹੀਂ ਲੈ ਕੇ ਆਇਆ। ਕੱਲ ਨੂੰ ਅਗਲਾ ਪਾਰਟ ਹੋਵੇਗਾ ਦੂਸਰਾ ਚੌਹਾਨ ਵੰਸ਼ ਦਾ। ਉਸ ਵਿੱਚ ਆਪਾਂ ਸਿਰਫ ਪਿਛਲੀਆਂ ਸਟੇਟਾਂ ਵਿੱਚ ਜਿਹੜੇ ਵੀ ਚੌਹਾਨ ਵੰਸ਼ ਨਾਲ ਸੰਬੰਧਿਤ MCQ ਆਏ ਹੈਗੇ ਆ ਉਹ ਕਰਾਂਗੇ। ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਦਾ ਬਟਨ ਦਬਾ ਦਿਆ ਕਰੋ ਤਾਂ ਜੋ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਥੈਂਕਸ ਫॉर ਵਾਚਿੰਗ ਵੀਡੀਓ।